ਕਿੱਦਾਂ ਦਾ ਮੰਜ਼ਰ ਸੀ ਜਦੋਂ ਇਹ ਸਾਰਾ ਵਾਕਿਆ ਵਰਤਦਾ ਆ ਤੇ ਤੁਹਾਨੂੰ ਘਰ ਤੋਂ ਬੇਘਰ ਹੋਣਾ ਪਿਆ? ਉਹ ਕਿਸ ਦੇ ਤਰੀਕੇ ਦਾ ਟਾਈਮ ਸੀ? ਉਹ ਜੀ ਇਹੋ ਜਿਹਾ ਸੀਗਾ, ਬਹੁਤ ਖਤਰਨਾਕ ਸੀਗਾ। ਜਿਹੜੇ ਆਪਣੇ ਸੀ ਉਹ ਆਪਣੇ ਨਹੀਂ ਸੀ ਰਹਿ ਗਏ, ਉਹੀ ਪਰਾਏ ਕਿਸਮ ਦੇ ਹੋ ਗਏ ਸੀਗੇ। ਤੇ ਇੱਥੋਂ ਤੱਕ ਸੀ ਕਿ ਕੱਟ ਵੱਢ ਜਿਹੜੀ ਸੀਗੀ ਉਹ ਪਿੰਡ ਵਾਲਿਆਂ ਨੇ ਨਹੀਂ ਕੀਤੀ, ਜਿਹੜੇ ਇੱਧਰੋਂ ਜਾ ਰਹੇ ਸੀਗੇ ਉਹਨਾਂ ਨੇ ਸਾਡੀ ਕੱਟ ਵੱਢ ਸ਼ੁਰੂ ਕੀਤੀ ਸੀ। ਪਰ ਅਸੀਂ ਸਾਰੇ ਇੱਕ ਜਗ੍ਹਾ ਤੇ ਇਕੱਠੇ ਸਾਂ ਤੇ ਇਸ ਕਰਕੇ ਬਚੇ ਰਹੇ। ਤੇ ਉਸ ਤੋਂ ਬਾਅਦ ਸਾਨੂੰ ਆਰਮੀ ਨੇ ਜਿਹੜਾ ਉੱਥੋਂ ਇੱਥੇ ਖਾਲੜੇ ਪਹੁੰਚਾਇਆ ਸੀਗਾ। ਅਸੀਂ ਜੀ 4 ਭਰਾ ਜਿਹੜੇ ਸਾਂ ਭੰਗਾਲੀ ਆ ਗਏ ਸਾਂ। ਬਾਕੀ ਦੇ ਜਿਹੜਾ ਪਰਿਵਾਰ ਸਾਰਾ ਸੀ ਉਹ ਲਾਹੌਰ ਸ਼ਹਿਰ ਦੇ ਵਿੱਚ ਸੀਗਾ। ਲਾਹੌਰ ਸ਼ਹਿਰ ਦੇ ਜਿਹੜੇ ਸੀਗੇ ਸਾਡੇ ਪਰਿਵਾਰ, ਉਹ ਵੀ ਸਾਡੇ ਆਰਮੀ ਨੇ ਕੱਢਿਆ ਉੱਥੋਂ। ਤੇ ਜਿਹੜੇ ਅਸੀਂ ਸਾਂ, ਸਾਨੂੰ ਵੀ ਆਰਮੀ ਨੇ ਖਾਲੜੇ ਤੱਕ ਉਹਨਾਂ ਨੇ ਪਹੁੰਚਾਇਆ ਜੀ। ਨਹੀਂ ਜੀ, ਜਿਹੜੇ ਇੱਧਰੋਂ ਗਏ ਸੀ ਨੇ ਉਹ ਕਰਦੇ ਸੀਗੇ। ਤੇ ਉਹ ਜਿਹੜੇ ਸੀ ਉੱਥੇ ਰਹਿੰਦੇ ਸੀਗੇ ਉਹ ਬਿਲਕੁਲ ਹੀ ਲੁਕਣ ਵਾਲੀ ਗੱਲ ਹੀ ਹੋ ਗਈ ਕਿ ਉਹ ਮੱਥੇ ਨਹੀਂ ਲੱਗਦੇ ਕਿ ਜੇ ਹੀ ਤੁਹਾਡੇ ਕੋਲ ਗਏ ਤੇ ਸਾਨੂੰ ਵੀ ਇਹਨੂੰ ਵੱਢ ਦੇਣਾ ਆ। ਇਸ ਕਰਕੇ ਉਹ ਬਚਦੇ ਰਹੇ। ਤੇ ਜਦੋਂ ਤੁਸੀਂ ਉੱਥੋਂ ਨਿਕਲਦੇ ਹੋ ਫਿਰ ਤੁਹਾਡਾ ਪਰਿਵਾਰ ਨਾਲ ਤੁਹਾਡੇ ਨਿਕਲਦਾ ਹੈ, ਫਿਰ ਤੁਹਾਡੇ ਉੱਥੇ ਕੁਝ ਕੀਮਤੀ ਸਮਾਨ ਹੁੰਦਾ ਆ, ਜਿਵੇਂ ਕੁਝ ਆਪਾਂ ਜ਼ਮੀਂਦਾਰਿਆਂ ਤੇ ਆਪਾਂ ਡੰਗਰ ਵੀ ਕਾਫੀ ਰੱਖੇ ਹੁੰਦੇ ਨੇ, ਫਿਰ ਉਹਨਾਂ ਦਾ ਕੀ ਸਿਸਟਮ ਹੋਇਆ? ਉਹਦੀ ਲੁੱਟ ਪੈ ਗਈ ਸੀ ਜਦੋਂ ਹਰ ਇੱਕ ਆਦਮੀ ਨੇ ਜਿਹੜਾ ਪਿੰਡ ਦੇ ਸੀ ਉਹ ਵੀ ਖੋਲ ਕੇ ਲੈ ਗਏ ਕਿ ਜੀ ਜਦੋਂ ਤੁਸੀਂ ਆਓਗੇ ਤਾਂ ਅਸੀਂ ਸਾਡੇ ਕੋਲ ਲੈ ਲਿਓ, ਜੇ ਇਹ ਭੁੱਖੇ ਮਰਦੇ ਆ ਤੇ ਇਸ ਕਰਕੇ ਅਸੀਂ ਲੈ ਚੱਲੇ ਆ। ਕਿਸੇ ਨੇ ਇਤਰਾਜ਼ ਨਹੀਂ ਸੀ ਕੀਤਾ ਕਿ ਪਤਾ ਸੀਗਾ ਕਿ ਅਸੀਂ ਪੱਠੇ ਤੇ ਪਾਉਣੇ ਨਹੀਂਗੇ, ਪੱਠੇ ਤੇ ਇਹਨਾਂ ਨੇ ਪਾਉਣੇ ਆ ਤੇ ਲੈ ਜਾਓ। ਕਦੀ ਇਹ ਨਹੀਂ ਸੋਚਿਆ ਕਿ ਆਪਾਂ ਇੱਕ ਆਰਮੀ 'ਚ ਭਰਤੀ ਹੋ ਗਏ ਤੇ ਪਰ ਆਪਾਂ ਜਿਸ ਦੇਸ਼ ਨਾਲ ਜਿੱਥੇ ਅਸੀਂ ਜੰਮੇ ਪਲੇ, ਜਿੱਥੇ ਅਸੀਂ ਪ੍ਰੇਮ ਬਣਿਆ ਸੀ, ਜਿੱਥੇ ਅਸੀਂ ਉਹ ਪੈਲੀਆਂ ਜ਼ਮੀਨਾਂ ਵਾਹੀਆਂ, ਖੇਡੇ ਮੱਲੇ, ਉਸ ਨਾਲ ਹੀ ਫਿਰ ਸਾਨੂੰ ਲੜਨ ਲਈ ਸਾਨੂੰ ਆਰਮੀ 'ਚ ਭਰਤੀ ਹੋਣਾ ਪਿਆ? ਉਹਦੇ ਬਾਰੇ ਕੀ ਕਹਿੰਦੇ? ਅਸੀਂ ਦੇਸ਼ ਦੀ ਖਾਤਰ ਭਰਤੀ ਹੋਏ ਸਾਂ ਜੀ, ਤੇ ਦੇਸ਼ ਦੀ ਖਾਤਰ ਹੀ ਲੜਦੇ ਰਹੇ ਹਾਂ। ਇਸ ਚੀਜ਼ ਦਾ ਹੀ ਖਿਆਲ ਹੀ ਨਹੀਂ ਕੀਤਾ ਕਿ ਪਿਛਲਾ ਜਿਹੜਾ ਸਾਡੀ ਪਹੁੰਚ ਸੀਗੀ ਉਹ ਕਿੱਥੇ ਸੀ ਕਿੱਥੇ ਨਹੀਂ ਸੀ। ਜਿੱਥੇ ਵੀ ਉੱਧਰੋਂ ਵੀ ਫਾਇਰਿੰਗ ਆਉਂਦੀ ਰਹੀ, ਇੱਧਰੋਂ ਹੀ ਹੁੰਦੀ ਰਹੀ, ਕਿਉਂਕਿ ਤੋਪਖਾਨਾ 'ਚ ਮੈਂ ਹੈਗਾ ਸਾਂ। ਤੋਪਖਾਨਾ ਜਿਹੜਾ ਆ ਅਗਲੀ ਫੌਜ ਤੋਂ ਕੋਈ 15 ਕਿਲੋਮੀਟਰ 10 ਕਿਲੋਮੀਟਰ ਪਿੱਛੇ ਹੁੰਦਾ ਜੀ। ਪਿੱਛੋਂ ਫਾਇਰ ਕਰਦਾ ਆ ਤੇ ਅੱਗੇ ਜਾ ਕੇ ਗੋਲਾ ਡਿੱਗਦਾ ਆ। ਜਿਹੜੇ ਅੱਗੇ ਗਏ ਹੁੰਦੇ ਨੇ ਉਹਨਾਂ ਦਾ ਬਚਾਅ ਕਰਦਾ ਜੀ ਉਹ। ਸਤਿ ਸ਼੍ਰੀ ਅਕਾਲ, ਪ੍ਰਾਈਮ ਉਹਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿ 15 ਅਗਸਤ ਜਦੋਂ ਨੇੜੇ ਆਉਂਦੀ ਹੈ ਅਤੇ ਹਰ ਪਾਸੇ ਜਿਹੜਾ ਵਾ ਉਹ ਸਰਕਾਰਾਂ ਵੱਲੋਂ ਜਿਹੜਾ ਵਾ 15 ਅਗਸਤ ਜਿਹੜਾ ਵਾ ਉਹ ਬੜੇ ਤਰੀਕੇ ਨਾਲ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਵਾ, ਕਿਉਂਕਿ ਇੱਕ ਆਜ਼ਾਦੀ ਦਿਵਸ ਨੂੰ ਤੌਰ 'ਤੇ, ਕਿਉਂਕਿ 1947 ਨੂੰ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਅਤੇ ਉਸ ਚੀਜ਼ ਨੂੰ ਲੈ ਕੇ ਇਹ 15 ਅਗਸਤ 1947 ਨੂੰ ਯਾਦ ਕਰਕੇ ਜਿਹੜਾ ਵਾ ਬੜੇ ਉਤਸ਼ਾਹਿਤ ਨਾਲ ਮਨਾਇਆ ਜਾਂਦਾ ਵਾ। ਉਸ ਦੇ ਚੱਲਦਿਆਂ ਹੀ ਜਦੋਂ ਅਸੀਂ ਗੱਲ ਕਰੀਏ ਉਸ ਟਾਈਮ ਦੀ, ਤਾਂ ਉਸ ਟਾਈਮ ਦੇ ਵਿੱਚ ਜਦੋਂ ਹੀ ਪੰਜਾਬ ਦੀ ਵੰਡ ਹੁੰਦੀ ਹੈ ਤੇ ਪੰਜਾਬ ਦੇ 2 ਹਿੱਸੇ ਕਰ ਦਿੱਤੇ ਜਾਂਦੇ ਨੇ, ਉਸ ਦੇ ਚੱਲਦਿਆਂ ਹੀ ਕੁਝ ਪੰਜਾਬੀਆਂ ਦੇ ਜਿਹੜੇ ਆ ਹਿਰਦੇ ਵਰੁੰਦੇ ਜਾਂਦੇ ਨੇ ਅਤੇ ਉਹ ਉਸ ਚੀਜ਼ ਨੂੰ 15 ਅਗਸਤ ਜਦੋਂ ਆਉਂਦੀ ਹੈ ਤੇ ਉਸ ਨੂੰ ਯਾਦ ਕਰਕੇ ਤੇ ਭੁੱਬਾਂ ਮਾਰ ਕੇ ਰੋਂਦੇ ਨੇ ਅਤੇ ਉਹ ਯਾਦ ਕਰਦੇ ਨੇ ਕਿ ਉਸ ਪਲਾਂ ਨੂੰ, ਕਿ ਜਿਹੜਾ ਉਹ ਪਲ ਜਿਹੜੇ ਲਾਹੌਰ ਵਿੱਚ ਗੁਜ਼ਾਰੇ ਸੀ ਅਤੇ ਜਿਹੜੇ ਆਪਣੇ ਸੰਗੀ ਸਾਥੀ ਜਿਹੜੇ ਲਾਹੌਰ ਵਿੱਚ ਛੱਡ ਕੇ ਆਏ ਨੇ ਉਹਨਾਂ ਨੂੰ ਯਾਦ ਕਰਦੇ ਨੇ ਅਤੇ ਅੱਜ ਵੀ ਯਾਦ ਕਰਦੇ ਨੇ ਕਿ ਕਦੋਂ ਅਸੀਂ ਲਾਹੌਰ ਜਾਈਏ ਅਤੇ ਉਹਨਾਂ ਨੂੰ ਮਿਲੀਏ ਅਤੇ ਆਪਣੇ ਜਿਹੜੇ ਘਰ ਪਰਿਵਾਰ ਪੁਰਾਣੇ ਸੀ ਉਹਨਾਂ ਨੂੰ ਵੇਖੀਏ। ਉਸ ਦੇ ਚੱਲਦਿਆਂ ਹੀ ਅੱਜ ਅਸੀਂ ਸਰਹੱਦੀ ਤਹਿਸੀਲ ਅਜਨਾਲਾ ਦੇ ਇੱਕ ਪਿੰਡ ਵਿਛੋਆ ਵਿੱਚ ਪਹੁੰਚੇ ਹਾਂ, ਜਿੱਥੋਂ ਦੇ ਕਿ ਇੱਕ ਰਹਿਣ ਵਾਲੇ ਭਾਈ ਸਾਹਿਬ ਹੈਗੇ ਨੇ ਜਿਹੜੇ ਕਿ ਉਸ ਟਾਈਮ ਤੋਂ 16 ਸਾਲ ਦੀ ਏਜ ਵਿੱਚ ਜਿਹੜੇ ਸੀਗੇ ਤੇ ਅੱਜ ਉਹ ਇਸ ਵਿਛੋਆ ਪਿੰਡ ਵਿੱਚ ਰਹਿ ਰਹੇ ਨੇ। ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਟਾਈਮ ਕਿੱਦਾਂ ਦਾ ਸੀ ਤੇ ਅੱਜ ਟਾਈਮ ਉਹ ਕਿੱਦਾਂ ਦਾ ਤੇ ਉਸ ਟਾਈਮ ਨੂੰ ਉਹ ਕਿੱਦਾਂ ਨਾਲ ਬਤੀਤ ਕਰਦੇ ਨੇ ਤੇ ਕਿੱਦਾਂ ਸੋਚਦੇ ਨੇ ਉਸ ਟਾਈਮ ਬਾਰੇ। ਹਾਂਜੀ ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਜੀ ਤੁਹਾਡਾ ਜੀ? ਜਸਵੰਤ ਸਿੰਘ ਹੈ ਜੀ। ਅੱਛਾ, ਤੁਸੀਂ ਜਦੋਂ 1947 ਵਿੱਚ ਵੰਡ ਹੁੰਦੀ ਹੈ ਜੀ ਤੇ ਉਦੋਂ ਤੁਹਾਡਾ ਕਿੰਨੀ ਉਮਰ ਸੀ ਅਤੇ ਉਸ ਟਾਈਮ ਜਿਹੜਾ ਸੀ ਉਹ ਤੁਸੀਂ ਕਿਸ ਸਥਾਨ 'ਤੇ ਸੀਗੇ? ਅਸੀਂ ਉਮਰ ਮੇਰੀ ਜੀ 16 ਸਾਲ ਸੀਗੀ। ਅਸੀਂ ਲਾਹੌਰ ਸਾਡੀ ਵਸਨੀਕ ਸੀ, ਰਿਹਾਇਸ਼ ਜਿਹੜੀ ਸੀ ਸਾਡੀ ਉਹ ਲਾਹੌਰ ਸ਼ਹਿਰ ਦੇ ਵਿੱਚ ਸੀ।
ਤੇ ਤੁਸੀਂ ਮੰਨੇ ਜਾਂਦੇ ਹੋ ਕਿ ਤੁਸੀਂ ਐਗਰੀਕਲਚਰ ਵੀ ਸੀਗੇ ਉਸ ਵੇਲੇ ਦੇ, ਤੇ ਤੁਹਾਡੀ ਜਿਹੜੀ ਜ਼ਮੀਨ ਸੀਗੀ ਉਹ ਪ੍ਰੈਜ਼ੈਂਟ ਕਿੱਥੇ ਸੀਗੀ? ਕੁਛ ਸਾਡੀ ਜਿਹੜੀ ਲਾਹੌਰ ਸ਼ਹਿਰ ਦੇ ਵਿੱਚ ਸੀਗੀ, ਜਿਹੜੀ ਕਿ ਸਰਕਾਰ ਨੇ 1940 ਚ ਨੋਟਿਸ ਭੇਜਿਆ ਕਿ ਸ਼ਹਿਰ ਦੀ ਜਿਹੜੀ ਜ਼ਮੀਨ ਆ ਉਹ ਜ਼ਿਮੀਂਦਾਰ ਨਹੀਂ ਵਾਹ ਸਕਦਾ, ਪਰ ਸਾਡੇ ਉਹ ਨੋਟਿਸ ਤੋਂ ਬਾਅਦ ਵੀ ਅਸੀਂ ਵਾਹੁੰਦੇ ਰਹੇ, ਕੋਈ ਉਹਦੇ 'ਚ ਸਖਤੀ ਨਹੀਂ ਕੀਤੀ ਸਰਕਾਰ ਨੇ। ਤੇ ਬਾਕੀ ਦੀ ਜ਼ਮੀਨ ਜਿਹੜੀ ਸੀ ਉਹ ਸਾਡੀ ਪੰਗਾਲੀ ਪਿੰਡ ਸੀ, ਥਾਣਾ ਬਰਕੀ ਪੈਂਦਾ ਜੀ ਉਹਦਾ, ਜਿਹੜਾ ਖਾਲੜੇ ਤੋਂ 7-8 ਕਿਲੋਮੀਟਰ ਪਿੱਛੇ ਆ ਜੀ, ਉੱਥੇ ਸਾਡੀ ਜ਼ਮੀਨ ਸੀ ਜੀ। ਤੇ ਤੁਸੀਂ ਉਸ ਵੇਲੇ ਨੂੰ ਯਾਦ ਕਰਦੇ ਹੋ ਕਿ ਜਦੋਂ ਉਹ ਜਿਹੜਾ ਟਾਈਮ ਆਇਆ ਤੇ ਦੇਸ਼ ਨੂੰ ਆਜ਼ਾਦੀ ਦਾ ਇੱਕ ਬਿਗਲ ਵੱਜਿਆ ਤੇ ਸਾਰੇ ਪਾਸੇ ਹੀ ਇੱਕ ਅਨਾਉਂਸਮੈਂਟਾਂ ਹੋ ਗਈਆਂ ਕਿ ਜਿਹੜੇ ਆ ਹੁਣ ਆਪੋ ਆਪਣੇ ਘਰਾਂ ਨੂੰ ਜਿਹੜਾ ਵਸੇਬਾ ਵਾ ਆਪਣੇ ਕਰ ਲਓ, ਜਿਹੜਾ ਹਿੰਦੁਸਤਾਨ 'ਚ ਜਿਹੜੇ ਹੈਗੇ ਸੀ ਉਹ ਆਪਣੇ ਇੰਡੀਆ ਦੇ ਵੱਲ ਸ਼ਿਫਟ ਕਰ ਲਓ, ਅਤੇ ਜਿਹੜੇ ਲਾਹੌਰ ਦੇ ਰਹਿਣ ਵਾਲੇ ਸੀ ਉਹ ਲਾਹੌਰ ਵਿੱਚ ਰਹਿ ਜਾਓ। ਜਦੋਂ ਤੁਹਾਨੂੰ ਪਤਾ ਲੱਗਦਾ ਆ ਵੀ ਇਹ ਬਿਗਲ ਵੱਜ ਗਿਆ ਤਾਂ ਤੁਸੀਂ ਫਿਰ ਕੀ ਕੀਤਾ? ਅਸੀਂ ਜੀ 4 ਭਰਾ ਜਿਹੜੇ ਸਾਂ ਭੰਗਾਲੀ ਆ ਗਏ ਸਾਂ, ਬਾਕੀ ਦੇ ਜਿਹੜਾ ਪਰਿਵਾਰ ਸਾਰਾ ਸੀ ਉਹ ਲਾਹੌਰ ਸ਼ਹਿਰ ਦੇ ਵਿੱਚ ਸੀਗਾ। ਲਾਹੌਰ ਸ਼ਹਿਰ ਦੇ ਜਿਹੜੇ ਸੀਗੇ ਸਾਡੇ ਪਰਿਵਾਰ, ਉਹ ਵੀ ਸਾਡੇ ਆਰਮੀ ਨੇ ਕੱਢਿਆ ਉੱਥੋਂ, ਤੇ ਜਿਹੜੇ ਅਸੀਂ ਸਾਂ ਸਾਨੂੰ ਵੀ ਆਰਮੀ ਨੇ ਖਾਲੜੇ ਤੱਕ ਉਹਨਾਂ ਨੇ ਪਹੁੰਚਾਇਆ ਜੀ। ਉਹ ਕਿੱਦਾਂ ਦਾ ਮੰਜ਼ਰ ਸੀ ਜਦੋਂ ਇਹ ਸਾਰਾ ਵਾਕਿਆ ਵਰਤਦਾ ਆ ਤੇ ਤੁਹਾਨੂੰ ਘਰ ਤੋਂ ਬੇਘਰ ਹੋਣਾ ਪਿਆ? ਉਹ ਕਿਸ ਦੇ ਤਰੀਕੇ ਦਾ ਟਾਈਮ ਸੀਗਾ? ਉਹ ਜੀ ਇਹੋ ਜਿਹਾ ਸੀਗਾ, ਬਹੁਤ ਖਤਰਨਾਕ ਸੀਗਾ। ਜਿਹੜੇ ਆਪਣੇ ਸੀ ਉਹ ਆਪਣੇ ਨਹੀਂ ਸੀ ਰਹਿ ਗਏ, ਉਹ ਹੀ ਪਰਾਏ ਕਿਸਮ ਦੇ ਹੋ ਗਏ ਸੀਗੇ। ਤੇ ਇੱਥੋਂ ਤੱਕ ਸੀ ਕਿ ਕੱਟ-ਵੱਢ ਜਿਹੜੀ ਸੀਗੀ ਉਹ ਪਿੰਡ ਵਾਲਿਆਂ ਨੇ ਨਹੀਂ ਕੀਤੀ, ਜਿਹੜੇ ਇੱਧਰੋਂ ਜਾ ਰਹੇ ਸੀਗੇ ਉਹਨਾਂ ਨੇ ਸਾਡੀ ਕੱਟ-ਵੱਢ ਸ਼ੁਰੂ ਕੀਤੀ ਸੀ, ਪਰ ਅਸੀਂ ਸਾਰੇ ਇੱਕ ਜਗ੍ਹਾ 'ਤੇ ਇਕੱਠੇ ਸਾਂ ਤੇ ਇਸ ਕਰਕੇ ਬਚੇ ਰਹੇ। ਤੇ ਉਸ ਤੋਂ ਬਾਅਦ ਸਾਨੂੰ ਆਰਮੀ ਨੇ ਜਿਹੜਾ ਉੱਥੋਂ ਇੱਥੇ ਖਾਲੜੇ ਪਹੁੰਚਾਇਆ ਸੀਗਾ। ਤੁਸੀਂ ਜਿੰਨੇ ਵੀ ਰਹਿੰਦੇ ਸੀ ਸਾਰੇ ਕਿਸਾਨ ਪਰਿਵਾਰ ਹੀ ਰਹਿੰਦੇ ਸੀ ਕਿ ਤੁਹਾਡੇ ਨਾਲ ਕੋਈ ਮੁਸਲਮਾਨ ਪਰਿਵਾਰ ਵੀ ਜਿਹੜੇ ਤੁਹਾਡੇ ਨਾਲ ਇਕੱਠੇ ਰਹਿੰਦੇ ਸੀ? ਸਾਡੇ ਮੁਸਲਮਾਨ ਭਰਾ ਜਿਹੜੇ ਸੀਗੇ ਉਹ ਮਜ਼ਦੂਰ ਤਬਕਾ ਸਨ, ਜ਼ਿਮੀਂਦਾਰ ਜਿਹੜੇ ਸੀਗੇ ਉਹ ਜਿਹੜੇ ਜੱਟ ਸਿੱਖ ਸਨ, ਤੇ ਕਾਸ਼ਤ ਜਿਹੜੇ ਜੱਟ ਸਿੱਖ ਕਰਦੇ ਸੀਗੇ, ਤੇ ਨਾਲ ਜਿਹੜੀ ਲੇਬਰ ਸੀਗੀ ਉਹ ਮੁਸਲਮਾਨਾਂ ਦੀ, ਤੇ ਦੂਜਾ HC ਜਿਹੜੇ ਸੀ ਉਹਨਾਂ ਦੀ ਸੀ। ਜਿਵੇਂ ਅਸੀਂ ਗੱਲ ਕਰੀਏ ਕਿ ਤੁਸੀਂ ਆਪਾਂ ਇਕੱਠੇ ਰਹਿੰਦੇ ਆ, ਭਾਈਚਾਰਾ ਬਣਿਆ ਹੁੰਦਾ ਵਾ ਇੱਕ ਮੁਲਾਜ਼ਮ ਅਤੇ ਨੌਕਰ ਦਾ, ਪਰ ਉਸ ਤਰੀਕੇ ਦੇ ਇੱਕ ਭਾਈਬੰਦੀ ਵੀ ਹੁੰਦੀ ਆ, ਪਰ ਉਸ ਵੇਲੇ ਜਿਹੜੀ ਕੱਟ-ਵੱਢ ਹੁੰਦੀ ਆ ਉਹ ਜਿਹੜੀ ਸਾਡੇ ਨਾਲ ਇਕੱਠੇ ਰਹਿੰਦੇ ਸੀ, ਤੁਹਾਡੇ ਰੋਜ਼ ਇਕੱਠਿਆਂ ਰਹਿੰਦੇ, ਉਹਨਾਂ ਨੇ ਵੀ ਕੀਤੀ ਕਿ ਕੋਈ ਹੋਰ ਤਰੀਕੇ ਦੇ ਬੰਦੇ ਸੀਗੇ? ਨਹੀਂ ਜੀ, ਜਿਹੜੇ ਇੱਧਰੋਂ ਗਏ ਸੀ ਨੇ ਉਹ ਕਰਦੇ ਸੀਗੇ, ਤੇ ਉਹ ਜਿਹੜੇ ਸੀ ਉੱਥੇ ਰਹਿੰਦੇ ਸੀਗੇ ਉਹ ਬਿਲਕੁਲ ਹੀ ਲੁਕਣ ਵਾਲੀ ਗੱਲ ਹੀ ਹੋ ਗਈ ਕਿ ਉਹ ਮੱਥੇ ਨਹੀਂ ਲੱਗਦੇ ਕਿ ਜੇ ਹੀ ਤੁਹਾਡੇ ਕੋਲ ਗਏ ਤੇ ਸਾਨੂੰ ਵੀ ਇਹਨਾਂ ਵੱਢ ਦੇਣਾ ਆ, ਇਸ ਕਰਕੇ ਉਹ ਬਚਦੇ ਰਹੇ। ਤੇ ਜਦੋਂ ਤੁਸੀਂ ਉੱਥੋਂ ਨਿਕਲਦੇ ਹੋ ਫਿਰ ਤੁਹਾਡਾ ਪਰਿਵਾਰ ਨਾਲ ਤੁਹਾਡੇ ਨਿਕਲਦਾ ਹੈ, ਫਿਰ ਤੁਹਾਡੇ ਉੱਥੇ ਕੁਝ ਕੀਮਤੀ ਸਮਾਨ ਹੁੰਦਾ ਆ, ਜਿਵੇਂ ਕੁਝ ਆਪਾਂ ਜ਼ਮੀਂਦਾਰਿਆਂ ਤੇ ਆਪਾਂ ਡੰਗਰ ਵੀ ਕਾਫੀ ਰੱਖੇ ਹੁੰਦੇ ਨੇ, ਫਿਰ ਉਹਨਾਂ ਦਾ ਕੀ ਸਿਸਟਮ ਹੈ? ਉਹਦੀ ਲੁੱਟ ਪੈ ਗਈ ਸੀ ਜਦੋਂ ਹਰ ਇੱਕ ਆਦਮੀ ਨੇ, ਜਿਹੜਾ ਪਿੰਡ ਦੇ ਸੀ ਉਹ ਵੀ ਖੋਲ ਕੇ ਲੈ ਗਏ ਕਿ ਜੀ ਜਦੋਂ ਤੁਸੀਂ ਆਓਗੇ ਤਾਂ ਅਸੀਂ ਸਾਡੇ ਕੋਲ ਲੈ ਲਿਓ, ਜੇ ਇਹ ਭੁੱਖੇ ਮਰਦੇ ਆ ਤੇ ਇਸ ਕਰਕੇ ਅਸੀਂ ਲੈ ਚੱਲੇ ਆ। ਕਿਸੇ ਨੇ ਇਤਰਾਜ਼ ਨਹੀਂ ਸੀ ਕੀਤਾ, ਕਿਉਂ ਪਤਾ ਸੀਗਾ ਕਿ ਅਸੀਂ ਪੱਠੇ ਤਾਂ ਪਾਉਣੇ ਨਹੀਂਗੇ, ਪੱਠੇ ਤੇ ਇਹਨਾਂ ਨੇ ਪਾਉਣੇ ਆ ਤੇ ਲੈ ਜਾਓ। ਉਸ ਟਾਈਮ ਤੇ ਕਾਫੀ ਕਤਲੋਗਾਰਦ ਹੋਈ, ਕਿਉਂਕਿ ਅਸੀਂ ਤੇ ਚਲੋ ਦੇਖਿਆ ਕਿ ਫਿਲਮਾਂ ਦੇ ਵਿੱਚ ਦੇਖਿਆ, ਹੋਰ ਵੀ ਅਸੀਂ ਸੁਣਦੇ ਆ ਰਹੇ ਹਾਂ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਕਿ ਉਸ ਟਾਈਮ ਤੇ ਬੜੀ ਵੱਡ ਫੱਟ ਹੁੰਦੀ ਆ, ਲੋਕਾਂ ਨੂੰ ਬੜਾ ਬੇਇੱਜ਼ਤ ਵੀ ਕੀਤਾ ਗਿਆ, ਕਿ ਲੋਕਾਂ ਦੀਆਂ ਧੀਆਂ ਦੀ, ਮਾਵਾਂ ਭੈਣਾਂ ਦੀ ਇੱਜ਼ਤ ਨੂੰ ਵੀ ਬੜਾ ਬੇਇੱਜ਼ਤ ਕੀਤਾ ਗਿਆ। ਉਸ ਵੇਲੇ ਤੁਸੀਂ ਇਹ ਸਭ ਕੁਝ ਵੇਖਿਆ ਕਿ ਜੀ? ਹਾਂਜੀ ਵੇਖਿਆ ਜੀ, ਕੱਟ-ਵੱਢ ਵੇਖੀ ਆ ਜੀ। ਬਾਕੀ ਜਿਹੜੀ ਦੂਸਰੀ ਗੱਲ ਆ ਉਹ ਨਹੀਂ ਸਾਨੂੰ, ਕਿਉਂਕਿ ਸਾਡੀ ਉਮਰ ਬਹੁਤ ਛੋਟੀ ਸੀਗੀ, ਅਸੀਂ ਆਪੋ ਆਪਣੇ ਬਚਾਅ ਕਰਦੇ ਰਹੇ ਹਾਂ। ਉਸ ਵੇਲੇ ਦੇ ਤੁਹਾਡੇ ਕੋਈ ਦੋਸਤ ਜਿਹੜੇ ਤੁਹਾਡੇ ਨਾਲ ਪੜ੍ਹਦੇ ਹੋਣ, ਉਹ ਉਹਨਾਂ ਨੂੰ ਤੁਹਾਨੂੰ ਅੱਜ ਵੀ ਮਿਲਦੇ ਨੇ, ਕਦੀ ਯਾਦ ਆਉਂਦੇ ਨੇ, ਕਦੀ ਕਿ ਸੁਪਨੇ 'ਚ ਆਏ ਹੋਣ, ਮਿਲਦੇ ਹੋਣ ਕਦੀ? ਜੀ ਆਉਂਦੇ ਨੇ ਯਾਦ ਜੀ, ਪਰ ਹੁਣ ਪਛਾਣ ਭੁੱਲ ਗਈ ਆ, ਕਿਉਂਕਿ ਕਾਫੀ ਅਰਸਾ ਹੋ ਗਿਆ। ਜੋ ਉਹ ਵੀ ਛੋਟੇ ਸਨ, ਅਸੀਂ ਵੀ ਛੋਟੇ ਸਾਂ। ਜੋ ਇੱਕ ਕੰਟੋਨਮੈਂਟ ਰੇਲਵੇ ਸਟੇਸ਼ਨ ਸੀਗਾ ਉੱਥੋਂ ਦਾ ਸੀਗਾ, ਇੱਕ ਲਾਗੇ ਜਿਹੜਾ ਸੀਗਾ ਆਪਣਾ ਜਗ੍ਹਾ ਸੀ ਉੱਥੋਂ ਦਾ ਸੀ। ਬਾਕੀ ਹੋਰ ਵੀ ਬੜੇ ਸਟੂਡੈਂਟ ਸੀਗੇ, ਪਰ ਆਪੋ ਆਪਣੇ ਕੰਮ 'ਚ ਲੱਗੇ ਰਹਿੰਦੇ ਸੀ। ਕੋਈ ਫਰੈਂਡ ਇਹੋ ਜਿਹੇ ਹੁੰਦੇ ਨੇ, ਕੋਈ ਦੋਸਤ ਇਹੋ ਜਿਹੇ ਬਣ ਜਾਂਦੇ ਨੇ ਕਿ ਜਿਹੜੇ ਭਰਾਵਾਂ ਤੋਂ ਵੱਧ ਪਿਆਰ ਕਰਦੇ ਨੇ, ਕਿ ਉਹ ਮਰਦੇ ਦਮ ਤੱਕ ਵੀ ਯਾਦ ਰਹਿੰਦੇ ਨੇ। ਉਹ ਕੋਈ ਇਹੋ ਜਿਹਾ ਫਰੈਂਡ ਯਾਦ ਹੈਗਾ ਤੁਹਾਨੂੰ? ਨਹੀਂ ਜੀ, ਕੋਈ ਨਹੀਂ ਯਾਦ ਜੀ, ਕਿਉਂਕਿ ਉਹਨਾਂ ਦੀ ਉਮਰ ਥੋੜ੍ਹੀ ਸੀ, ਸਾਡੀ ਵੀ ਛੋਟੀ ਸੀਗੀ, ਤੇ ਇੱਥੇ ਆ ਕੇ ਅਸੀਂ ਵੀ ਭੁੱਲ ਗਏ ਤੇ ਉਹ ਵੀ ਭੁੱਲ ਗਏ। ਕਦੀ ਯਾਦ ਨਹੀਂ ਕੀਤਾ ਕਿ ਅਸੀਂ ਉਹਨਾਂ ਨੂੰ ਵੀ ਮਿਲਿਆ ਜਾਵੇ, ਉਹਨਾਂ ਨੂੰ ਜਾ ਕੇ ਮੈਂ ਮਿਲਾਂ? ਹਾਂਜੀ, ਬਹੁਤ ਯਾਦ ਆਉਂਦੀ ਹੈ ਜੀ,
ਕਿ ਦਿਲ ਕਰਦਾ ਹੈ ਕਿ ਕਿਤੇ ਨਾ ਕਿਤੇ ਸਾਨੂੰ ਮੌਕਾ ਮਿਲੇ ਤੇ ਅਸੀਂ ਆਪਣੀ ਜੰਮਣ ਭਾਉ ਜਿਹੜੀ ਆ ਉਹ ਵੇਖੀਏ ਤੇ ਵੇਖ ਕੇ ਅਸੀਂ ਆਪਣੇ ਦਿਲ ਨੂੰ ਤਸੱਲੀ ਦਈਏ। ਕਦੀ ਤੁਸੀਂ ਜਾਣ ਬਾਰੇ ਨਹੀਂ ਸੋਚਿਆ ਕਿ ਮੈਂ ਲਾਹੌਰ ਜਾਵਾਂ? ਬਹੁਤ ਵਾਰੀ ਸੋਚਿਆ ਜੀ, ਪਰ ਮੌਕਾ ਆਗਿਆ ਨਹੀਂ ਦਿੰਦਾ ਜੀ, ਕਿਉਂਕਿ ਪਾਸਪੋਰਟ ਜਿਹੜਾ ਦੇ ਉਸ ਤਰ੍ਹਾਂ ਦਿੰਦੇ ਨਹੀਂ ਗੇ, ਦਿੰਦੇ ਨੇ ਗੁਰਦੁਆਰੇ ਦੇ ਰਸਤੇ, ਉਹ ਬਾਹਰ ਫਿਰ ਨਹੀਂ ਦਿੰਦੇ, ਇਸ ਕਰਕੇ ਉਹ ਸਾਨੂੰ ਵਾਰਾ ਨਹੀਂ ਖਾਂਦਾ। ਤੁਸੀਂ ਫਿਰ ਜਦੋਂ ਇੱਥੇ ਵਾਪਸ ਇੰਡੀਆ ਆਏ ਤੇ ਇੰਡੀਆ ਦੇ ਵਿੱਚ ਆਪਣਾ ਬਸੇਰਾ ਕਰ ਲਿਆ ਤੇ ਇੱਥੇ ਆਣ ਕੇ ਤੁਸੀਂ ਫਿਰ ਪੜ੍ਹਾਈ ਦਾ ਕਿੱਦਾਂ ਕੀਤਾ? ਮੈਂ ਪੜ੍ਹਾਈ ਬਿਲਕੁਲ ਨਹੀਂ ਕੀਤੀ ਜੀ, ਆਣ ਕੇ ਤੇ ਫੌਜ 'ਚ ਭਰਤੀ ਹੋਇਆ ਜੀ ਕੋਈ 3-4 ਸਾਲ ਬਾਅਦ, ਤੇ ਭਰਤੀ ਹੋ ਗਏ ਤੇ ਮੈਂ ਨਾਸਿਕ ਚਲਾ ਗਿਆ। ਨਾਸਿਕ ਤੋਂ ਮੇਰੀ ਬਦਲੀ ਦਿੱਲੀ ਹੋ ਗਈ ਹੈ, ਦਿੱਲੀ ਤੋਂ ਬਦਲੀ ਹੋ ਕੇ ਮੇਰੀ ਪਠਾਨਕੋਟ ਹੋਈ ਹੈ, ਪਠਾਨਕੋਟ ਤੋਂ ਜਿਹੜੇ ਕਾਫੀ ਅਰਸੇ ਬਾਅਦ ਹੋਈਆਂ ਨੇ ਇਹ ਬਦਲੀਆਂ। ਉਸ ਤੋਂ ਬਾਅਦ ਮੇਰੀ ਬਦਲੀ ਜਿਹੜੀ ਸੀ ਉਹ ਹੈਦਰਾਬਾਦ ਹੋ ਗਈ, ਉੱਥੇ ਮੈਂ 3 ਸਾਲ ਰਿਹਾ। 3 ਸਾਲ ਤੋਂ ਬਾਅਦ ਮੇਰੀ ਬਦਲੀ ਜਿਹੜੀ ਸੀ ਉਹ ਲੇਹ ਲਦਾਖ ਹੋ ਗਈ ਸੀ, ਉੱਥੇ ਮੈਂ 3 ਸਾਲ ਰਿਹਾ ਜੀ। ਜਿਹੜੀ 1962 ਦੀ ਲੜਾਈ ਸੀਗੀ ਉਹ ਥੋੜ੍ਹੀ ਜਿਹੀ ਵੇਖੀ ਹੈ, ਬਾਕੀ ਮੈਂ ਹੈਦਰਾਬਾਦ 'ਚ ਆ ਗਿਆ ਸਾਂ। ਕਦੀ ਇਹ ਨਹੀਂ ਸੋਚਿਆ ਕਿ ਆਪਾਂ ਇੱਕ ਆਰਮੀ 'ਚ ਭਰਤੀ ਹੋ ਗਏ ਤੇ ਪਰ ਆਪਾਂ ਜਿਸ ਦੇਸ਼ ਨਾਲ ਜਿੱਥੇ ਅਸੀਂ ਜੰਮੇ ਪਲੇ, ਜਿੱਥੇ ਅਸੀਂ ਪ੍ਰੇਮ ਬਣਿਆ ਸੀ, ਜਿੱਥੇ ਅਸੀਂ ਉਹ ਪੈਲੀਆਂ ਜ਼ਮੀਨਾਂ ਵਾਹੀਆਂ, ਖੇਡੇ ਮੱਲੇ, ਉਸ ਨਾਲ ਹੀ ਫਿਰ ਸਾਨੂੰ ਲੜਨ ਲਈ ਸਾਨੂੰ ਆਰਮੀ 'ਚ ਭਰਤੀ ਹੋਣਾ ਪਿਆ? ਉਹਦੇ ਬਾਰੇ ਕੀ ਕਹਿੰਦੇ? ਅਸੀਂ ਦੇਸ਼ ਦੀ ਖਾਤਰ ਭਰਤੀ ਹੋਏ ਸਾਂ ਜੀ, ਤੇ ਦੇਸ਼ ਦੀ ਖਾਤਰ ਹੀ ਲੜਦੇ ਰਹੇ ਹਾਂ। ਇਸ ਚੀਜ਼ ਦਾ ਅਸੀਂ ਖਿਆਲ ਹੀ ਨਹੀਂ ਕੀਤਾ ਕਿ ਪਿਛਲਾ ਜਿਹੜਾ ਸਾਡੀ ਭੌਂ ਸੀਗੀ ਉਹ ਕਿੱਥੇ ਸੀ ਕਿੱਥੇ ਨਹੀਂ ਸੀ। ਜਿੱਥੇ ਵੀ ਉੱਧਰ ਵੀ ਫਾਇਰਿੰਗ ਹੁੰਦੀ ਰਹੀ, ਇੱਧਰ ਵੀ ਹੁੰਦੀ ਰਹੀ, ਕਿਉਂਕਿ ਤੋਪਖਾਨਾ 'ਚ ਮੈਂ ਹੈਗਾ ਸਾਂ। ਤੋਪਖਾਨਾ ਜਿਹੜਾ ਆ ਅਗਲੀ ਫੌਜ ਤੋਂ ਕੋਈ 15 ਕਿਲੋਮੀਟਰ 10 ਕਿਲੋਮੀਟਰ ਪਿੱਛੇ ਹੁੰਦਾ ਜੀ, ਪਿੱਛੋਂ ਫਾਇਰ ਕਰਦਾ ਆ ਤੇ ਅੱਗੇ ਜਾ ਕੇ ਗੋਲਾ ਡਿੱਗਦਾ ਆ, ਜਿਹੜੇ ਅੱਗੇ ਗਏ ਹੁੰਦੇ ਨੇ ਉਹਨਾਂ ਦਾ ਬਚਾਅ ਕਰਦਾ ਜੀ ਉਹ। ਤੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰਾਂ ਨੂੰ ਕੋਈ ਇਹੋ ਜਿਹਾ ਸਿਸਟਮ ਕਰਨਾ ਚਾਹੀਦਾ ਜਿਹਦੇ ਨਾਲ ਅਮਨ ਅਮਾਨ ਹੋ ਜੇ ਤੇ ਜਿਹੜੇ ਜਿੱਦਾਂ ਅਸੀਂ ਵਿਛੜੇ ਆ ਉੱਦਾਂ ਹੀ ਫੇਰ ਮਿਲ ਸਕੀਏ ਇੱਕ ਦੂਜੇ ਨੂੰ? ਇੱਕ ਚਾਹੀਦਾ ਤਾਂ ਹੈ ਜੀ ਕਿ ਅਮਨ ਮਾਨ ਹੋਏ, ਲੋਕੀ ਆਪੋ ਆਪਣੇ ਕੰਮ ਤੇ ਲੱਗੇ ਰਹਿਣ ਔਰ ਨਾ ਕੋਈ ਕਿਸੇ ਨੂੰ ਵੈਰ ਵਿਰੋਧ ਕਰੇ। ਤੁਸੀਂ ਕੀ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਇਸ ਮਸਲੇ ਦੇ ਵਿੱਚ? ਸਰਕਾਰਾਂ ਨੂੰ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਕਿ ਜਿਹੜੀ ਕੰਮ ਨੇ ਉਹ ਚੰਗੇ ਹੋਣੇ ਚਾਹੀਦੇ ਨੇ ਔਰ ਹਰ ਇੱਕ ਆਦਮੀ ਨੂੰ ਜਿਹੜਾ ਰੁਜ਼ਗਾਰ ਮਿਲਣਾ ਚਾਹੀਦਾ ਆ। ਜਿਹੜੇ ਕਿ ਆਮ ਜਿਹੜੇ ਬੱਚੇ ਨੇ ਉਹਨਾਂ ਡਿਗਰੀਆਂ ਕੀਤੀਆਂ ਨੇ, ਡਿਪਲੋਮੇ ਕੀਤੇ ਨੇ, ਸਭ ਕੁਝ ਕੀਤਾ ਆ, ਪਰ ਉਹ ਬੇਵੱਸ ਨੇ, ਆਣ ਕੇ ਝੋਨਾ ਲਾਉਣ ਡਏ ਨੇ ਜੀ। ਤੁਸੀਂ ਦੇਖ ਲਿਓ ਜੀ ਕਿ ਜਿਹੜੇ ਪੜ੍ਹੇ ਲਿਖੇ ਨੇ MA ਤੱਕ ਨੇ ਉਹ ਵੀ ਪਾਣੀ 'ਚ ਵੜ ਕੇ ਝੋਨਾ ਲਾਉਣ ਡਏ ਨੇ ਜੀ। ਉੱਥੋਂ ਦਾ ਸਿਸਟਮ ਕਿੱਦਾਂ ਦਾ ਸੀਗਾ ਜੀ ਜਦੋਂ ਤੁਸੀਂ ਉੱਥੇ ਰਹਿੰਦੇ ਸੀ? ਤੇ ਉੱਥੇ ਤੁਹਾਡੀ ਖੇਤੀਬਾੜੀ ਕਿੱਦਾਂ ਚੱਲਦੀ ਸੀ? ਕਿਉਂਕਿ ਅੱਜ ਕੱਲ੍ਹ ਦਾ ਟਰੈਕਟਰ ਚੱਲ ਗਏ ਨੇ, ਬੜੇ ਕੁਛ ਆ ਗਏ ਨੇ, ਉਸ ਟਾਈਮ ਤੇ ਫਿਰ ਤੁਸੀਂ ਕਿੱਦਾਂ ਚੱਲਦਾ ਸੀ ਤੁਹਾਡਾ? ਉਸ ਟਾਈਮ ਸਾਡੇ ਕੋਲ 6 ਜੋਗਾਂ ਸੀ ਜੀ, 12 ਬਲਦ ਸੀ, ਇੱਕ ਸਪੇਅਰ ਸੀਗਾ, ਤੇ ਉਹ ਜਿਹੜੇ ਬੰਦੇ ਸੀਗੇ 6-7 ਸੀਗੇ। ਇੱਕ ਆਦਮੀ ਜਿਹੜਾ ਸੀ ਪੱਠੇ ਵੱਢ ਕੇ ਲਿਆਉਂਦਾ ਸੀ ਤੇ 6 ਆਦਮੀ ਜਿਹੜੇ ਸੀ ਹਲ ਵਾਹੁੰਦੇ ਸੀ। ਉਹ ਆਪਣਾ ਪੂਰਾ ਕੰਮ ਕਰਦੇ ਸੀ। ਉਹਦੇ ਤੇ ਇੱਕ ਊਧਮ ਸਿੰਘ ਨੰਬਰ ਦਾ ਰੱਖਿਆ ਸੀ, ਉਹਨੂੰ ਅਸੀਂ ਨੰਬਰਦਾਰ ਰੱਖਦੇ ਹਾਂ। ਉਹ ਸਾਰਾ ਕੰਮ ਕਰਾਉਂਦਾ ਸੀਗਾ ਤੇ ਸਾਰੀ ਸੂਚਨਾ ਜਿਹੜੀ ਸੀ ਉਹ ਸਾਨੂੰ ਲਾਹੌਰ ਪਹੁੰਚਾਉਂਦਾ ਸੀ। ਤੁਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਆਪਣੇ ਲਾਹੌਰ ਦੀ ਜਿਹੜੀ ਪਤਾ ਕੀਤਾ ਜਾਵੇ ਤੁਹਾਡੇ ਵੀ ਤੁਹਾਡਾ ਘਰ ਕਿੱਥੇ ਆ? ਉਸ ਹੁਣ ਘਰ ਤੇ ਕੁਛ ਇਮਾਰਤ ਬਣ ਗਈ ਹੈ ਕਿ ਘਰ ਤੁਹਾਡਾ ਉੱਦਾਂ ਪ੍ਰੈਜ਼ੈਂਟ ਹੈ? ਜੀ ਨਹੀਂ ਜੀ, ਹੁਣ ਕੋਈ ਇਮਾਰਤ ਨਹੀਂ ਜੀ ਬਣੀ ਉੱਥੇ, ਨਾ ਜਗ੍ਹਾ ਸਾਡੀ ਰਹੀ ਨਹੀਂ ਗੀ, ਕਿਉਂਕਿ ਲਾਗੇ ਜਿਹੜੀਆਂ ਕੋਠੀਆਂ ਸਨ ਉਹ ਵੀ ਉਹਨੇ ਪੱਧਰੀਆਂ ਕਰਤੀਆਂ ਸਨ। ਜਿਹੜੀ ਸਾਡੇ ਲਾਗੇ ਬੜੀ ਵੱਡੀ ਕੋਠੀ ਸੀ 1.5 ਕਿੱਲੇ 'ਚ, ਮੋਹਨ ਲਾਲ ਦੀ, ਉਹ ਵੀ ਕਰਤੀ। ਅਗਲੇ ਬੰਨੇ ਸਾਡੀ ਕੋਠੀ ਸੀਗੀ ਇੱਕ HC ਨਾਗਰ ਦੀ, ਉਹ ਵੀ ਪੱਧਰੀ ਕਰਤੀ ਸੀ। ਉਸ ਤੋਂ ਅਗਲੇ ਬੰਨੇ ਚੀਫ ਕਾਲਜ ਦੀ ਹੱਦ ਆ ਜਾਂਦੀ ਹੈ ਤੇ ਇੱਕ ਸਾਡੀ ਹੈ। 3 ਕੋਠੀਆਂ ਜਿਹੜੀਆਂ ਨਾ ਪੱਧਰੀਆਂ ਕੀਤੀਆਂ, ਜਿਹੜਾ ਕਿ ਬ੍ਰਦਰ ਨੇ ਦੱਸਿਆ ਹੈਗਾ ਕਿ ਬਿਲਕੁਲ ਹੀ ਉਜਾੜ ਕਰਕੇ ਤੇ ਬਿਲਡਿੰਗ ਜਿਹੜੀ ਆ ਉਹ 3-3 4-4 ਮੰਜ਼ਲਾ ਹੌਸਪੀਟਲ ਹੈ ਜੀ, ਉਹ ਕੈਂਸਰ ਦਾ। ਅੱਛਾ, ਉੱਥੇ ਜੀ ਕੈਂਸਰ ਹੌਸਪੀਟਲ ਜਿਹੜਾ ਇਮਰਾਨ ਖਾਨ ਦੇ ਨਾਂ ਤੇ ਬਣਿਆ ਉਹ ਬਣ ਗਿਆ ਹੈ। ਹਾਂਜੀ, ਤੇ ਤੁਸੀਂ ਉਹ ਜਿਹੜੇ ਤੁਹਾਡੇ ਕੌਣ ਗਿਆ ਸੀ ਤੁਹਾਡੇ ਉੱਥੇ ਵੇਖਣ ਲਈ? ਮੇਰੇ ਤਾਂ ਵੱਡਾ ਜੀ ਸਬ ਇੰਸਪੈਕਟਰ ਪੁਲਿਸ ਸੁਖਵੰਤ ਸਿੰਘ ਗਿਆ ਸੀ ਜੀ, ਉਹ ਜੱਥੇ ਦੇ ਨਾਲ ਉੱਥੇ ਅਪਰੋਚ ਕਰਕੇ ਤੇ ਉਹਨੇ ਕਿਸੇ ਨਾ ਕਿਸੇ ਤਰੀਕੇ ਸਿਰ ਆਪਣਾ ਘਰ ਵੇਖਿਆ ਸੀ ਕਿ ਉਹ ਜੱਥੇ ਤੋਂ ਬਾਹਰ ਨਹੀਂ ਸੀ ਜਾਣ ਦਿੰਦੇ। ਉਹ ਪਤਾ ਨਹੀਂ ਹੋਰ ਕਿਹੜੇ ਹਿਸਾਬ ਨਾਲ ਉਹਨੇ ਅਪਰੋਚ ਕੀਤੀ,
ਤੇ ਉਹਨੇ ਆਣ ਕੇ ਦੱਸਿਆ ਕਿ ਸਾਡਾ ਜਿਹੜਾ ਕਾਰੋਬਾਰ ਸੀ ਉਹ ਹੀ ਪੱਧਰਾ ਕਰਤਾ, ਮੋਹਨ ਲਾਲ ਦਾ ਵੀ ਕਰਤਾ, ਨਾਗਰ ਦਾ ਵੀ ਕਰਤਾ। ਤੁਸੀਂ ਨਹੀਂ ਸੋਚਦੇ ਵੀ ਤੁਸੀਂ ਵੀ ਬਾਹਰ ਉੱਥੇ ਜਾਓ ਪਾਕਿਸਤਾਨ ਤੇ ਆਪਣੇ ਘਰ 'ਚ ਜਾ ਕੇ ਵੇਖੋ? ਹਾਂਜੀ, ਬਹੁਤ ਜੀ ਕਰਦਾ ਜੀ, ਪਰ ਸਮਾਂ ਆਗਿਆ ਦੇਵੇ ਤੇ ਅਸੀਂ ਕਿੰਨੇ ਕਿ ਅਸੀਂ ਕੱਲ੍ਹ ਹੀ ਚੱਕਰ ਮਾਰੀ ਹੈ, ਕਿਉਂਕਿ ਇੰਨਾ ਦੂਰ ਨਹੀਂਗਾ ਕਿ ਸਾਰਾ 35-40 ਕਿਲੋਮੀਟਰ ਸਫ਼ਰ ਹੈ ਜੀ। ਜਦੋਂ ਤੁਸੀਂ ਪਹਿਲਾਂ ਸਫ਼ਰ ਕਰਦੇ ਸੀਗੇ ਉਦੋਂ ਤੁਸੀਂ ਜੇ ਮੰਨ ਲਓ ਅੱਜ ਤੁਹਾਨੂੰ ਉੱਥੇ ਭੇਜਿਆ ਜਾਵੇ ਤਾਂ ਉਹ ਸਫ਼ਰ ਤੁਹਾਨੂੰ ਯਾਦ ਆ ਵੀ ਕਿਸ ਤਰੀਕੇ ਨਾਲ ਤੁਸੀਂ ਕਰਦੇ? ਹਾਂਜੀ, ਇੱਥੋਂ ਜੀ ਅੰਮ੍ਰਿਤਸਰ ਜਾਣਾ ਪੈਂਦਾ, ਜਾਂ ਅੰਮ੍ਰਿਤਸਰ ਤੋਂ ਜੀ ਵਾਹਗਾ ਬਾਰਡਰ ਕਾਗਜ਼ਾਤ ਕੰਪਲੀਟ ਕਰਾ ਕੇ ਤੇ ਅੱਗੇ ਜੀ ਹਰਬੰਸਪੁਰਾ ਸਟੇਸ਼ਨ ਆ ਜਾਂਦਾ, ਉਸ ਤੋਂ ਅਗਲਾ ਜਿਹੜਾ ਆ ਉਹ ਮੁਗਲਪੁਰਾ ਸਟੇਸ਼ਨ ਆ ਜਾਂਦਾ। ਮੁਗਲਪੁਰੇ ਆਮ ਅਸੀਂ ਉਤਰਦੇ ਸਾਂ ਤੇ ਆਪਣੇ ਘਰ ਨੂੰ ਜਾਂਦੇ ਸਾਂ। ਉਦੋਂ ਪੈਦਲ ਹੀ ਲੋਕ ਜਾਂਦੇ ਹੁੰਦੇ ਸੀ, ਆਮ ਆਉਣ ਜਾਣ ਦਾ ਰਸਤਾ ਜਿਹੜਾ ਸੀ ਉਹ ਕੋਈ ਹੈ ਨਹੀਂ ਸੀਗਾ। ਉਸ ਤੋਂ ਅੱਗੇ ਜਾ ਕੇ ਸਿਟੀ ਰੇਲਵੇ ਸਟੇਸ਼ਨ ਆ ਜਾਂਦਾ ਆ। ਆਮ ਅਸੀਂ ਇੱਥੋਂ ਹੀ ਉਤਰਦੇ ਸਾਂ ਮੁਗਲਪੁਰੇ ਤੋਂ ਜੀ। ਤੁਹਾਨੂੰ ਸਾਰਾ ਰਸਤਾ ਯਾਦ ਹੈ ਜੀ, ਤੇ ਤੁਸੀਂ ਕਦੀ ਸੁਪਨੇ 'ਚ ਵੀ ਗਏ ਹੋ ਆਪਣੇ ਘਰ? ਸੁਪਨੇ ਜੀ ਆਏ, ਪਰ ਹੁਣ ਮੱਸੋਂ ਬਾਹਰ ਹੈ ਜੀ, ਕਿਉਂਕਿ ਸਮਾਂ ਆਗਿਆ ਨਹੀਂ ਦਿੰਦਾ, ਇੱਕ ਸਰਕਾਰ ਆਗਿਆ ਨਹੀਂ ਦਿੰਦੀ। ਕਿਉਂਕਿ ਜਥੇ ਦੇ ਨਾਲ ਉਹ ਕਹਿੰਦੇ ਨੇ ਕਿ ਜਾਓ, ਜਥੇ ਦੇ ਨਾਲ ਜਾਇਆ ਸਿਰਫ ਯਾਤਰਾ ਹੀ ਕਰ ਸਕਦੇ ਹਾਂ, ਆਪਣਾ ਘਰ-ਬਾਰ ਨਹੀਂ ਦੇਖ ਸਕਦੇ। ਤੁਸੀਂ ਕਦੀ ਮੰਗ ਕੀਤੀ ਸਰਕਾਰ ਕੋਲ ਵੀ ਅਸੀਂ ਉੱਥੇ ਦੇ ਪੁਰਾਣੇ ਵਸਨੀਕਾਂ ਤੇ ਸਾਨੂੰ ਆਗਿਆ ਦਿੱਤੀ ਜਾਵੇ ਜਾਣ ਦੀ, ਉੱਥੇ ਅਸੀਂ ਆਪਣਾ ਘਰ-ਬਾਰ ਵੇਖਣਾ ਚਾਹੁੰਦੇ ਹਾਂ? ਨਹੀਂ ਜੀ, ਅਸੀਂ ਇੱਕ ਸਰਕਾਰ ਅੱਗੇ ਕੋਈ ਨਹੀਂ ਕੀਤੀ, ਕਿਉਂਕਿ ਮੈਂ ਆਰਮੀ 'ਚ ਹਾਂ ਤੇ ਇਸ ਕਰਕੇ ਇਹਨਾਂ ਸਿਕਿਉਰਿਟੀ ਬੇਸਿਸ 'ਤੇ ਉਹ ਆਗਿਆ ਨਹੀਂ ਦਿੰਦੇ ਜੀ ਆਰਮੀ ਦੇ ਜਵਾਨ ਨੂੰ। ਅੱਛਾ ਜੀ, ਮਤਲਬ ਇਹ ਵੀ ਇੱਕ ਪਾਲਿਸੀ ਹੈਗੀ ਕਿ ਤੁਸੀਂ ਆਰਮੀ ਦੇ ਜਵਾਨ ਹੋ, ਤੁਸੀਂ ਮਤਲਬ ਦੁਬਾਰਾ ਉੱਦਾਂ ਨਹੀਂ, ਤੁਸੀਂ ਅਫੀਸ਼ੀਅਲ ਤੌਰ ਤੇ ਤੁਸੀਂ ਜਾ ਸਕਦੇ ਹੋ, ਅਦਰਵਾਈਜ਼ ਤੁਸੀਂ ਨਾਰਮਲ ਤੌਰ ਤੇ ਨਹੀਂ ਪਾਕਿਸਤਾਨ ਜਾ ਸਕਦੇ? ਨਹੀਂ ਜਾ ਸਕਦੇ ਜੀ, ਕਿਉਂਕਿ ਉਹਨਾਂ ਨੇ ਪਾਸਪੋਰਟ ਜਿਹੜਾ ਉਹ ਰਿਕਮੈਂਡ ਹੀ ਨਹੀਂ ਕਰਨਾ। ਉਹਨਾਂ ਨੇ ਆਖਣਾ ਜਥੇ 'ਚ ਜਾਓ। ਜਥੇ ਜਾਇਆ ਜਿਹੜਾ ਉਹ ਇੱਕ ਕਿਸਮ ਦਾ ਕੈਦ ਹੀ ਆ ਕਿ ਗੁਰਦੁਆਰੇ ਤੁਸੀਂ ਬਾਹਰ ਨਹੀਂ ਜਾ ਸਕਦੇ। ਪਰ ਤੁਹਾਨੂੰ ਸਾਰੀਆਂ ਯਾਦਾਂ ਅੱਜ ਵੀ ਤੁਹਾਡੀਆਂ ਤਾਜ਼ਾ ਨੇ ਉਸ ਚੀਜ਼ ਨੂੰ ਲੈ ਕੇ? ਜਦੋਂ ਕਿਤੇ ਤੁਹਾਨੂੰ ਮੰਜ਼ਰ ਚੇਤੇ ਆਉਂਦਾ, ਜਿਹਦਾ 15 ਅਗਸਤ ਦਾ ਦਿਨ ਆਉਂਦਾ, ਤੇ ਉਦੋਂ ਤੁਹਾਡੇ ਦਿਲ ਤੇ ਕੀ ਬੀਤਦੀ ਹੈ? ਜੀ ਇਹੋ ਹੀ ਆ ਜੀ ਕਿ ਇਹ ਦਿਨ ਜਿਹੜੇ ਸੀਗੇ ਅਸੀਂ ਉੱਥੇ ਰਹਿੰਦੇ ਤੇ ਬੜੇ ਅਸੀਂ ਜਸ਼ਨ ਦੇ ਨਾਲ ਮਨਾਉਂਦੇ, ਪਰ ਅੱਜ ਅਸੀਂ ਇੱਕ ਕਿਸਮ ਦੇ ਇੱਕ ਬੰਦਸ਼ ਫਸੇ ਹਾਂ ਜੀ। ਪਰ ਵੇਖਿਆ ਜਾਵੇ ਕਿ ਜਦੋਂ ਸਾਡੇ ਪੂਰੇ ਵੇਖੋ ਵਿੱਚ ਆਪਣੇ ਇੰਡੀਆ ਦੇਸ਼ ਦੇ ਵਿੱਚ ਸਾਰੇ 'ਚ ਜਦੋਂ 15 ਅਗਸਤ ਦਾ ਦਿਨ ਆਉਂਦਾ ਤੇ ਬੜੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਵਾ, ਪਰ ਅਸੀਂ ਸੋਚੀਏ ਤੇ ਜੇ ਪੰਜਾਬੀਆਂ ਵਾਲੀ ਗੱਲ ਕਰੀਏ ਤੇ ਤੁਸੀਂ ਜਿੱਦਾਂ ਹੁਣ ਉੱਥੋਂ 15 ਅਗਸਤ ਵਾਲੇ ਦਿਨ ਹੀ ਵਿਛੜ ਕੇ ਇੱਧਰ ਆਏ ਹੋ, ਤੇ ਤੁਹਾਨੂੰ ਕਿੱਦਾਂ ਦਾ ਲੱਗਦਾ? ਸਾਨੂੰ ਜੀ ਬਹੁਤ ਮਾੜਾ ਲੱਗਦਾ ਜੀ, ਕਿਉਂਕਿ ਜਦੋਂ ਵੀ ਇੱਕ ਯਾਦ ਆਉਂਦੀ ਹੈ ਉਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਡੀ ਲਿਖਿਆ ਸੀ ਕਿ ਅਸੀਂ ਗਰੀਬੀ ਭੋਗਣੀ ਆ, ਤੇ ਸੋ ਇਹ ਉਹੀ ਗੱਲ ਹੋਈ ਹੈ ਜੀ। ਕਿਉਂਕਿ ਉੱਥੇ ਹੁੰਦੇ ਤੇ ਅਸੀਂ ਕੁਛ ਨਾ ਕੁਛ ਤਰੱਕੀ ਕਰ ਜਾਂਦੇ। ਤੁਸੀਂ ਵੇਖ ਰਹੇ ਹੋ ਕਿ ਜਦੋਂ 15 ਅਗਸਤ ਦਾ ਦਿਨ ਆਉਂਦਾ ਹੈ, ਜਿੱਦਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਵੀ ਉਹ ਪਲ ਯਾਦ ਆਉਂਦੇ ਨੇ ਕਿ ਅੱਜ ਅਸੀਂ ਆਪਣੇ ਸ਼ਹਿਰ 'ਚ ਹੁੰਦੇ ਤੇ ਹੋਰ ਖੁਸ਼ੀਆਂ ਨਾਲ ਜਿਹੜਾ ਤਿਉਹਾਰ ਸੀ 15 ਅਗਸਤ ਦਾ ਦਿਨ ਸੀਗਾ ਬੜੇ ਸ਼ਾਨੋ ਸ਼ੌਕਤ ਨਾਲ ਮਨਾਉਂਦੇ, ਕਿਉਂਕਿ ਅਸੀਂ ਆਪਣਾ ਉੱਥੇ ਬਹੁਤ ਕੁਝ ਜਿਹੜਾ ਵਿਰਸਾ ਆ ਉਹ ਛੱਡ ਆਏ ਆ। ਪਰ ਤੁਸੀਂ ਇਦਾਂ ਹੀ ਵੇਖੋ ਕਿ ਇਹ ਜਿਹੜੇ ਸਮੇਂ ਨੇ, ਸਮੇਂ ਬਦਲਦੇ ਰਹਿੰਦੇ ਨੇ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਪਰ ਜਿਹੜੀ ਇਹ ਯਾਦਗਾਰਾਂ ਨੇ, ਇਹ ਯਾਦਾਂ ਨੇ, ਇਹ ਬੰਦਿਆਂ ਦੇ ਮਨ 'ਚ ਵਸੀਆਂ ਰਹਿੰਦੀਆਂ ਨੇ। ਕਿਉਂਕਿ ਇੱਕ ਘਰ ਛੱਡਣਾ, ਪਰਿਵਾਰ ਛੱਡਣਾ ਬੜੀ ਵੱਡੀ ਗੱਲ ਹੈ, ਇੱਕ ਦੇਸ਼ ਛੱਡਣਾ ਸਭ ਤੋਂ ਵੱਡੀ ਗੱਲ ਹੈ। ਇਦਾਂ ਹੀ ਤੁਸੀਂ ਜੁੜੇ ਰਹੋ ਪ੍ਰਾਈਮ ਮੁੱਦੇ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ ਅਤੇ ਹੋਰ ਵੀ ਤੁਹਾਨੂੰ ਇਹੋ ਜਿਹੇ ਪਰਿਵਾਰਾਂ ਨਾਲ ਮਿਲਾਉਂਦੇ ਰਹਾਂਗੇ ਕਿ ਜਿਹੜੇ ਜੋ 1947 ਦੇ ਵਿੱਚ ਜਿਹੜੇ ਕਿ ਆਪਣੇ ਪਰਿਵਾਰਾਂ ਨਾਲੋਂ ਵਿਛੜ ਚੁੱਕੇ ਨੇ ਅਤੇ ਆਉਣ ਵਾਲੇ ਸਮੇਂ 'ਚ ਫਿਰ ਉਡੀਕ ਕਰ ਰਹੇ ਨੇ ਕਿ ਅਸੀਂ ਆਪਣੇ ਪਰਿਵਾਰਾਂ ਨੂੰ, ਆਪਣੇ ਘਰਾਂ ਨੂੰ ਜਾ ਕੇ ਉਹ ਸੱਜਣਾ ਮਿੱਤਰਾਂ ਨੂੰ ਮਿਲੀਏ, ਅਤੇ ਸਰਕਾਰਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਪਰਮਿਸ਼ਨ ਦਿੰਦੀ ਹੈ, ਨਹੀਂ ਦਿੰਦੀ, ਇਹ ਉਹਨੂੰ ਸਮਾਂ ਦੱਸੇਗਾ ਜੀ। ਤੁਸੀਂ ਜੁੜੇ ਰਹੋ ਇੱਦਾਂ ਪੰਜਾਬ ਪ੍ਰਾਈਮ ਮੁੱਦੇ ਦੇ ਨਾਲ, ਨਵੇਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਅਜੇ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।